ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਅੱਜ ਆਪਾਂ ਸਾਰੇ ਮਿਲ ਕੇ ਭਾਈ ਗੁਰਦਾਸ ਜੀ ਦੀ 6ਵੀਂ ਵਾਰ, ਜਿਸ ਦਾ ਸਿਰਲੇਖ ਹੈ ਹਰੀ ਚੰਦ ਤੇ ਤਾਰਾ ਰਾਣੀ। ਸੁਖ ਰਾਜੇ ਹਰੀ ਚੰਦ ਘਰ, ਨਾਰ ਸੋ ਤਾਰਾ ਲੋਚਨ ਰਾਣੀ। ਸਾਧ ਸੰਗਤ ਮਿਲ ਗਾਵਦੇ, ਰਾਤੀ ਜਾਏ ਸੁਣੇ ਗੁਰਬਾਣੀ। ਪਿੱਛੇ ਰਾਜਾ ਜਾਗਿਆ, ਅੱਧੀ ਰਾਤ ਨਿਖੰਡ ਬਿਹਾਣੀ। ਰਾਣੀ ਜਿਸ ਨਾ ਆਵਈ, ਮਨ ਵਿੱਚ ਵਰਤ ਗਈ ਹੈ ਰਾਣੀ। ਹੋਰਤ ਰਾਤੀ ਉੱਠ ਕੇ, ਚੱਲਿਆ ਪਿੱਛੇ ਤਰਲ ਜਵਾਨੀ। ਰਾਣੀ ਪਹੁਤੀ ਸੰਗਤੀ, ਰਾਜੇ ਖੜੀ ਖੜਾਓ ਨਿਸ਼ਾਨੀ। ਸਾਧ ਸੰਗਤ ਆਰਾਧਿਆ, ਜੋੜੀ ਜੁੜੀ ਖੜਾਓ ਪੁਰਾਣੀ। ਰਾਜੇ ਡਿੱਠਾ ਚਲਤ ਇਹ, ਖੜਾਵ ਹੈ ਚੋਜ ਵਡਾਣੀ। ਸਾਧ ਸੰਗਤ ਬਿਟੋਂ ਕੁਰਬਾਨੀ। ਗੁਰੂ ਪਿਆਰੀ ਸਾਧ ਸੰਗਤ, ਭਾਈ ਗੁਰਦਾਸ ਜੀ ਨੇ ਅਨੇਕਾਂ ਵਿਸ਼ਿਆਂ ਦੇ ਉੱਤੇ ਵਾਰਾਂ ਦਾ ਵਰਣਨ ਕੀਤਾ ਹੈ। ਪੁਰਾਤਨ ਸਮੇਂ ਦੇ ਵਿੱਚ ਸੱਚ ਦੇ ਉੱਤੇ ਤੁਲਣ ਵਾਲਾ ਸੱਤਵਾਦੀ ਰਾਜਾ ਹਰੀ ਚੰਦ, ਜਿਸ ਨੂੰ ਆਖਿਆ ਜਾਂਦਾ ਹੈ ਆਪਣੇ ਸਮੇਂ ਦਾ ਰਾਜਾ ਸੀ, ਅਤੇ ਤਾਰਾ ਰਾਣੀ ਉਹਦੀ ਘਰ ਵਾਲੀ ਸੀ। ਉਸ ਦਾ ਬਿਆਨ ਭਾਈ ਗੁਰਦਾਸ ਜੀ ਨੇ ਕੀਤਾ ਹੈ। ਸੁਖ ਰਾਜੇ ਹਰੀ ਚੰਦ ਘਰ, ਨਾਰ ਸੋ ਤਾਰਾ ਲੋਚਨ ਰਾਣੀ। ਰਾਜੇ ਹਰੀ ਚੰਦ ਦੇ ਘਰ ਦੇ ਵਿੱਚ ਸੁੱਖ ਹੈ, ਜਿੱਥੇ ਤਾਰਾ ਰਾਣੀ ਵਰਗੀ ਨਾਰੀ ਹੈ, ਭਾਵ ਉੱਤਮ ਨਾਰੀ ਹੈ, ਜਿਸ ਦਾ ਪਰਮੇਸ਼ਰ ਦੇ ਨਾਮ ਦੇ ਵਿੱਚ ਵਿਸ਼ਵਾਸ ਹੈ। ਬੜੀ ਸਹਿਜ ਸੁਭਾਅ ਤੇ ਠੰਡੇ ਜਿਗਰੇ ਦੀ ਮਾਲਕ ਤਾਰਾ ਰਾਣੀ ਹੈ। ਇਸੇ ਕਰਕੇ ਰਾਜੇ ਹਰੀ ਚੰਦ ਦੇ ਘਰ ਦੇ ਵਿੱਚ ਸੁੱਖ ਹੈ। ਸਾਧ ਸੰਗਤ ਮਿਲ ਗਾਵਦੇ, ਰਾਤੀ ਜਾਏ ਸੁਣੇ ਗੁਰਬਾਣੀ। ਜਿੱਥੇ ਸਤ ਸੰਗਤ ਹੁੰਦੀ ਹੈ, ਜਿਹੜੀ ਰਾਣੀ ਹੈ ਉੱਥੇ ਹੀ ਚਲੀ ਜਾਂਦੀ ਹੈ। ਕਈ ਵਾਰੀ ਤਾਂ ਇਸ ਤਰ੍ਹਾਂ ਹੁੰਦਾ ਹੈ ਕਿ ਰਾਜੇ ਹਰੀ ਚੰਦ ਨੂੰ ਪਤਾ ਵੀ ਨਹੀਂ ਹੁੰਦਾ, ਅਤੇ ਰਾਣੀ ਜਿਹੜੀ ਹੈ ਸਤਸੰਗ ਦੇ ਵਿੱਚ ਜਾ ਕੇ ਕਥਾ ਸੁਣਦੀ ਹੈ। ਜਿੱਥੇ ਕਿਤੇ ਮਹਾਂਪੁਰਸ਼ਾਂ ਦਾ ਸਤਸੰਗ ਹੁੰਦਾ ਹੈ, ਭੇਸ ਵਟਾ ਕੇ ਚਲੀ ਜਾਂਦੀ ਹੈ ਅਤੇ ਗੁਰਬਾਣੀ ਦਾ ਸਰਵਣ ਕਰਦੀ ਹੈ। ਮੇਰੀ ਸਾਧ ਸੰਗਤ, ਇੱਕ ਵਿਚਾਰਨਯੋਗ ਗੱਲ ਹੈ ਕਿ ਇਹ ਪੁਰਾਤਨ ਸਮੇਂ ਦੀ ਗੱਲ ਹੈ। ਉਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਉਚਾਰਨ ਵੀ ਨਹੀਂ ਹੋਇਆ ਸੀ। ਗੁਰੂ ਨਾਨਕ ਦੇਵ ਜੀ ਅਜੇ ਤੱਕ ਨਹੀਂ ਆਏ ਸੀ। ਉਹ ਗੁਰਬਾਣੀ ਉੱਥੇ ਕਿਹੜੀ ਗਾਈ ਜਾਂਦੀ ਸੀ? ਜੋ ਪਰਮੇਸ਼ਰ ਦੇ ਨਾਮ ਦਾ ਉਚਾਰਨ ਹੈ, ਉਸਤਤੀ ਹੈ, ਭਾਵੇਂ ਉਹ ਸੰਸਕ੍ਰਿਤ ਵਿੱਚ ਹੋਵੇ, ਹਿੰਦੀ ਵਿੱਚ ਹੋਵੇ, ਪੰਜਾਬੀ ਵਿੱਚ ਹੋਵੇ, ਫਾਰਸੀ ਵਿੱਚ ਹੋਵੇ, ਉਰਦੂ ਵਿੱਚ ਹੋਵੇ ਜਾਂ ਅਰਬੀ ਵਿੱਚ ਹੋਵੇ। ਜਿੱਥੇ ਉਸ ਦੀ ਦਿਲ ਤੋਂ ਕੀਰਤੀ ਗਾਈ ਜਾਂਦੀ ਹੈ, ਉਸ ਨੂੰ ਗੁਰਬਾਣੀ ਆਖਦੇ ਹਨ। ਸਾਧ ਸੰਗਤ ਮਿਲ ਗਾਵਦੇ, ਰਾਤੀ ਜਾਏ ਸੁਣੇ ਗੁਰਬਾਣੀ। ਸਾਧ ਸੰਗਤ ਵਿੱਚ ਬੈਠ ਕੇ ਗੁਰਬਾਣੀ ਸੁਣਦੀ ਹੈ ਤਾਰਾ ਰਾਣੀ। ਪਿੱਛੇ ਰਾਜੇ ਜਾਗਿਆ, ਅੱਧੀ ਰਾਤ ਨਿਖੰਡ ਬਿਹਾਣੀ। ਰਾਜਾ ਅੱਧੀ ਰਾਤ ਨੂੰ ਜਾਗਦਾ ਹੈ ਅਤੇ ਦੇਖਦਾ ਹੈ ਕਿ ਰਾਣੀ ਨਹੀਂ ਹੈ ਮੇਰੇ ਨਾਲ, ਉਹ ਕਿੱਥੇ ਗਈ। ਜਦੋਂ ਰਾਜਾ ਜਾਗਿਆ ਅਤੇ ਮਨ ਦੇ ਵਿੱਚ ਸੰਸਾ ਹੋ ਗਿਆ। ਉਸ ਨੂੰ ਪਤਾ ਸੀ ਕਿ ਇਸ ਨੂੰ ਲਗਨ ਹੈ ਪਰਮਾਤਮਾ ਦੇ ਨਾਮ ਦੀ। ਜਿੱਥੇ ਸਤਸੰਗ ਹੋ ਰਿਹਾ ਸੀ, ਪਿਆਰੀ ਸਾਧ ਸੰਗਤ, ਦੱਬੇ ਪੈਰੀ ਉਹ ਵੀ ਭੇਸ ਵਟਾ ਕੇ ਉੱਥੇ ਚਲਿਆ ਗਿਆ। ਪਿੱਛੇ ਰਾਜਾ ਜਾਗਿਆ, ਅੱਧੀ ਰਾਤ ਨਿਖੰਡ ਬਿਹਾਣੀ। ਰਾਣੀ ਦਿਸ ਨਾ ਆਵੇ, ਮਨ ਵਿੱਚ ਵਰਤ ਗਈ ਹੈ ਰਾਣੀ। ਜਿੱਥੇ ਆਪਣੇ ਮਹਿਲ ਦੇ ਵਿੱਚ ਵਿਸ਼ਰਾਮ ਰਾਜਾ ਕਰਦਾ ਸੀ, ਰਾਣੀ ਕਰਦੀ ਸੀ ਨਾਲ।
ਉਸ ਦੇ ਵਿੱਚ ਰਾਣੀ ਨਹੀਂ ਦਿਸੀ, ਉਸ ਦਾ ਬੈੱਡ ਖਾਲੀ ਹੈ। ਹੈਰਾਨੀ ਵਰਤ ਗਈ। ਔਰਤ ਰਾਤੀ ਉੱਠ ਕੇ ਚੱਲਿਆ ਪਿੱਛੇ ਤਲ ਜਵਾਨੀ। ਰਾਜਾ ਵੀ ਖੋਜ ਦੇ ਵਿੱਚ ਆਪਣਾ ਭੇਸ ਵਟਾ ਕੇ ਪਿੱਛੇ ਪਿੱਛੇ ਉੱਥੇ ਪਹੁੰਚ ਗਿਆ ਜਿੱਥੇ ਸਤਸੰਗ ਹੋ ਰਿਹਾ ਸੀ। ਤਰਲ ਜਵਾਨੀ ਹੈ, ਰਾਜਾ ਵੀ ਜਵਾਨ ਹੈ, ਰਾਣੀ ਵੀ ਜਵਾਨ ਹੈ। ਰਾਣੀ ਪਹੁਤੀ ਸੰਗਤੀ, ਰਾਜੇ ਖੜੀ ਖੜਾਉ ਨਿਸ਼ਾਨੀ। ਰਾਣੀ ਤਾਂ ਸਤਸੰਗਤ ਦੇ ਵਿੱਚ ਬੈਠ ਕੇ ਸਤਸੰਗ ਸੁਣ ਰਹੀ ਹੈ। ਉਸਨੇ ਦੇਖ ਲਿਆ, ਉਸਨੂੰ ਭੇਸ ਵਟਾਇਆ ਹੋਇਆ ਹੈ। ਅਤੇ ਰਾਜੇ ਨੇ ਜਿਹੜੀ ਉਸਦੀ ਖੜਾਮ ਸੀ ਉਸ ਨੂੰ ਚੱਕ ਲਿਆ। ਇੱਕ ਖੜਾਮ ਚੱਕ ਲਈ, ਇੱਕ ਪੈਰ ਚੱਕ ਲਿਆ, ਇੱਕ ਉੱਥੇ ਰਹਿਣ ਦਿੱਤਾ ਕਿ ਇਸ ਨੂੰ ਪਤਾ ਲੱਗ ਜਾਵੇਗਾ ਕਿ ਰਾਜਾ ਤੇਰੀ ਖੋਜ ਦੇ ਵਿੱਚ ਪਿੱਛੇ ਆਇਆ ਸੀ। ਇਹ ਮੈਂ ਨਿਸ਼ਾਨੀ ਰੱਖ ਲੈਂਦਾ ਹੈ ਕਿ ਤੂੰ ਉੱਥੇ ਹੀ ਗਈ ਸੀ। ਸਾਧ ਸੰਗਤ ਅਰਾਧਿਆ, ਜੋੜੀ ਜੁੜੀ ਖੜਾਉ ਪੁਰਾਣੀ। ਜਦੋਂ ਰਾਣੀ ਨੇ ਸਤਸੰਗ ਸਮਾਪਤ ਹੋ ਕੇ ਦੇਖਿਆ ਕਿ ਮੇਰੀ ਖੜਾਮ ਨਹੀਂ ਹੈ ਤਾਂ ਕੀ ਹੋਇਆ, ਹੈਰਾਨੀ ਹੋ ਗਈ ਕਿ ਮੇਰੀ ਇੱਕ ਖੜਾਮ ਨਹੀਂ ਹੈ, ਹੁਣ ਕਿਸ ਤਰ੍ਹਾਂ ਹੋਵੇਗੀ। ਰਾਜੇ ਨੂੰ ਪਤਾ ਲੱਗ ਜਾਵੇਗਾ, ਮੈਨੂੰ ਸਜ਼ਾ ਦੇਵੇਗਾ ਕਿ ਤੂੰ ਮੇਰੀ ਆਗਿਆ ਤੋਂ ਬਗੈਰ ਉੱਠ ਕੇ ਕਿੱਥੇ ਚਲੀ ਗਈ। ਅਤੇ ਸਾਧ ਸੰਗਤ ਦੇ ਵਿੱਚ ਬੇਨਤੀ ਕੀਤੀ ਕਿ ਇੱਕ ਖੜਾਮ ਨਹੀਂ ਹੈ, ਆਰਾਧਨ ਕਰੋ, ਪਰਮੇਸ਼ਰ ਦੇ ਅੱਗੇ ਬੇਨਤੀ ਕਰੋ ਕਿ ਮੇਰੀ ਖੜਾਮ ਮੈਨੂੰ ਮਿਲ ਜਾਵੇ। ਸਾਧ ਸੰਗਤ ਨੇ ਇਕੱਠੇ ਹੋ ਕੇ ਬੇਨਤੀ ਕੀਤੀ, ਅਰਦਾਸ ਕੀਤੀ। ਜੋੜੀ ਜੋੜੀ ਖੜਾਉ ਪੁਰਾਣੀ। ਜਿਸ ਤਰ੍ਹਾਂ ਦੀ ਉਹ ਖੜਾਮ ਸੀ, ਉਸ ਦਾ ਇੱਕ ਪੈਰ ਸੀ, ਉਸੇ ਤਰ੍ਹਾਂ ਦੀ ਦੂਜੀ ਖੜਾਮ ਜੁੜ ਗਈ ਨਾਲ। ਅਰਦਾਸ ਪ੍ਰਵਾਨ ਹੋ ਗਈ। ਰਾਜੇ ਡਿੱਠਾ ਚਲਤ ਇਹ ਖੜਾਮ ਹੈ ਚੋਜ ਵਡਾਣੀ। ਰਾਜਾ ਆਖਦਾ ਹੈ ਕਿ ਇਸ ਤਰ੍ਹਾਂ ਦੀ ਖੜਾਮ ਤਾਂ ਮੇਰੇ ਕੋਲ ਹੈ, ਇਸ ਦਾ ਇੱਕ ਪੈਰ ਅਤੇ ਦੂਸਰਾ ਪੈਰ ਕਿੱਥੋਂ ਇਹ ਆ ਕੇ ਜੁੜ ਗਿਆ ਨਾਲ। ਇਹ ਵਿਡਾਣ ਅਚਰਜ ਹੋ ਗਿਆ। ਰਾਜਾ ਵੀ ਅਚਰਜ ਹੋ ਕੇ ਦੇਖਦਾ ਹੈ ਤਾਂ ਪਰਮੇਸ਼ਰ ਦੀ ਕਰਨੀ ਨੂੰ ਕੌਣ ਰੋਕ ਸਕਦਾ ਹੈ। ਰਾਣੀ ਦੇ ਅੱਗੇ ਝੁਕ ਗਿਆ ਕਿ ਤੂੰ ਸੱਚੀ ਭਗਤ ਹੈ। ਸੰਗਤ ਦੇ ਅੱਗੇ ਝੁਕ ਗਿਆ ਰਾਜਾ ਕਿ ਤੁਸੀਂ ਸੱਚੇ ਹੋ, ਮੇਰੀ ਰਾਣੀ ਸੱਚੀ ਹੈ। ਇਹ ਸਾਧ ਸੰਗਤ ਦੇ ਵਿੱਚ ਬੈਠ ਕੇ ਕਥਾ ਸੁਣਦੀ ਹੈ। ਮੈਂ ਇਸ ਤੋਂ ਬਲਿਹਾਰ ਜਾਂਦਾ ਹਾਂ। ਸਾਧ ਸੰਗਤ ਵਿਟੋਂ ਕੁਰਬਾਨੀ, ਐਸੀ ਸਾਧ ਸੰਗਤ ਦੇ ਵਿਟੋਂ ਕੁਰਬਾਨ ਹਾਂ ਮੈਂ। ਭਾਈ ਗੁਰਦਾਸ ਜੀ ਆਖਦੇ ਹਨ ਕਿ ਜਿਨ੍ਹਾਂ ਨੇ ਅਰਦਾਸ ਕੀਤੀ ਅਤੇ ਖੜਾਮ ਦੂਸਰੀ ਪੂਰੀ ਹੋ ਗਈ। ਸੋ ਪਿਆਰੀ ਸਾਧ ਸੰਗਤ, ਜਿਹੜਾ ਸੱਚੇ ਮਨ ਦੇ ਨਾਲ ਅਰਦਾਸ ਕਰਦਾ ਹੈ, ਉਸ ਦਾ ਜੋ ਕਿਸੇ ਤਰ੍ਹਾਂ ਦਾ ਵੀ ਵਿਖੜਿਆ ਹੋਇਆ ਕੰਮ ਹੈ ਉਹ ਸੌਰ ਜਾਂਦਾ ਹੈ, ਪਰਮੇਸ਼ਰ ਕਰ ਦਿੰਦਾ ਹੈ। ਜਿੱਥੇ ਜਾ ਕੇ ਦੁਨੀਆ ਦੇ ਚਾਰੇ ਖਤਮ ਹੋ ਜਾਂਦੇ ਹਨ, ਉੱਥੇ ਪਰਮੇਸ਼ਰ ਦੀ ਕਰਾਮਾਤ ਸ਼ੁਰੂ ਹੁੰਦੀ ਹੈ। ਤਾਂ ਫਿਰ ਪਰਮੇਸ਼ਰ ਦੇ ਅੱਗੇ ਸਾਰਿਆਂ ਨੂੰ ਝੁਕਣਾ ਪੈਂਦਾ ਹੈ, ਕਿਉਂਕਿ ਉਸ ਦੇ ਚਰਿੱਤਰ, ਉਸ ਦੀਆਂ ਕਥਾਵਾਂ, ਉਸ ਦੇ ਕੀਤੇ ਹੋਏ ਕੌਤਕ ਦੁਨੀਆ ਦੇ ਵਿੱਚ ਫਿਰ ਕੋਈ ਯਾਦ ਨਾ ਕਰੇ, ਜੇਕਰ ਇਹ ਸੰਸਾਰ ਹੀ ਸੱਚਾ ਹੋਵੇ। ਇਸ ਕਰਕੇ ਸੰਸਾਰ ਵੀ ਉਹਦੀ ਰਚਨਾ ਹੈ। ਇਹ ਵਿਸ਼ਵ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਇਹ ਉਹਦਾ ਰੂਪ ਹੈ ਅਤੇ ਉਹਦਾ ਰੂਪ ਉਹਦੇ ਵਿੱਚ ਹੀ ਜਾ ਕੇ ਲੀਨ ਹੋ ਜਾਵੇਗਾ। ਜੈ ਤੇ ਉਪਜੀ ਨਾਨਕਾ, ਲੀਨ ਤਾਹੇ ਮੈਂ ਮਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।